ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ। ਜੁਗੋ ਜੁਗ ਅਟਲ ਚਬਰ ਸ਼ਬਰ ਤਖਤ ਦੇ ਮਾਲਿਕ ਬਾਣੀ ਕੇ ਬੋਹਿਤ ਗੁਰਤਾ ਗਦੀ ਤੇ ਵਿਰਾਜਮਾਨ ਸ਼ਬਦ ਗੁਰੂ ਵਾਲੀਏ ਕੁਲ ਆਲਮ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਜੁੜ ਮਿਲ ਬੈਠੇ ਅਤਿ-ਸਤਿਕਾਰ ਯੋਗ ਸਤਸੰਗੀ ਜਨੋਂ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੀ ਦਇਆ ਦੇ ਸਦਕਾ, ਸਤਿਗੁਰੂ ਜੀ ਦੀ ਤਰਸ ਦੇ ਸਦਕਾ ਸਾਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਕਿ ਅਸੀਂ ਗੁਰੂ ਬਾਬੇ ਦੀ ਗੋਦ ਦੇ ਅੰਦਰ ਵਿਰਾਜਮਾਨ ਹੋ ਕੇ ਗੁਰੂ ਬਾਬੇ ਦੀਆਂ ਬਾਤਾਂ, ਕਹਾਣੀਆਂ, ਗੁਰਬਾਣੀ, ਕੀਰਤਨ, ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝਾ ਪਾ ਰਹੇ ਹਾਂ। ਆਓ ਅੱਜ ਦੇ ਇਹਨਾਂ ਪਾਵਨ ਦੀਵਾਨਾਂ ਦੇ ਅੰਦਰ ਜੋ ਅੱਜ ਖਾਲਸੇ ਦਾ ਪ੍ਰਗਟ ਦਿਹਾੜਾ ਵੀ ਮੰਨਿਆ ਜਾਂਦਾ ਹੈ, ਉੱਥੇ ਹੀ ਅੱਜ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਵੀ ਹੈ ਤੇ ਨਾਲ ਹੀ ਅੱਜ ਚੇਤ ਦੇ ਮਹੀਨੇ ਦੀ ਸਮਾਪਤੀ ਹੋਈ ਹੈ ਤੇ ਵਿਸਾਖ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਯਤਨ ਕਰਾਂਗੇ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪਣੇ ਸੇਵਕਾਂ ਤੋਂ, ਆਪਣੇ ਦਾਸਰਿਆਂ ਕੋਲੋਂ ਆਪ ਮਿਹਰ ਕਰਕੇ ਇਹ ਵਿਚਾਰਾ ਕਰਵਾ ਲੈਣ। ਆਓ ਸੰਗਤ ਜੀ, ਜਿੱਥੇ ਸਰੀਰ ਕਰਕੇ ਅਸੀਂ ਹਾਜ਼ਰੀਆਂ ਭਰਦੇ ਹਾਂ, ਯਤਨ ਕਰੀਏ ਉੱਥੇ ਆਪਣੇ ਮਨ ਨੂੰ ਇਕਾਗਰ ਕਰਦਿਆਂ ਹੋਇਆ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ ਜੀ। ਆਓ ਕੁਝ ਕੁ ਬਾਣੀ ਦੀਆਂ ਪੰਕਤੀਆਂ ਅਸੀਂ ਸਾਰੇ ਰਲ ਮਿਲ ਕੇ ਪੜ੍ਹਨ ਦਾ ਯਤਨ ਕਰਦੇ ਹਾਂ। ਸੋ ਅੰਮ੍ਰਿਤ ਗੁਰ ਤੇ ਪਾਇਆ, 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 ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਆਓ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾ ਲਈਏ ਜੀ। ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਇਆਂ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਮ ਤੌਰ ਦੇ ਉੱਤੇ ਜਦੋਂ ਅਸੀਂ ਦੁਨਿਆਵੀ ਤੌਰ ਦੇ ਉੱਤੇ, ਦੁਨੀਆ ਦੇ ਪੱਧਰ ਦੇ ਉੱਤੇ ਜਦੋਂ ਕਿਸੇ ਵੀ ਗ੍ਰੰਥ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ ਜਾਂ ਕਿਸੇ ਪੁਸਤਕ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ, ਤਾਂ ਜਦੋਂ ਉਸ ਪੁਸਤਕਾਂ ਦੇ ਵਿੱਚ, ਉਹਨਾਂ ਗ੍ਰੰਥਾਂ ਦੇ ਵਿੱਚ ਕਿਤੇ ਮੌਤ ਦਾ ਜ਼ਿਕਰ ਪੜ੍ਹਨ ਦਾ ਯਤਨ ਕਰੀਏ, ਮੈਂ ਗੱਲ ਮੌਤ ਦੀ ਇਸ ਕਰਕੇ ਕਰ ਰਿਹਾ ਕਿਉਂਕਿ ਅਸੀਂ ਅੱਜ
ਗੁਰੂ ਦੀ ਸ਼ਰਨ ਦੇ ਵਿੱਚ ਬੈਠ ਕੇ ਇਹ ਸਿੱਖਣ ਦਾ ਯਤਨ ਕਰਨਾ ਕਿ ਮਰਨਾ ਕਿਸ ਤਰ੍ਹਾਂ ਤੇ ਜਿਉਣਾ ਕਿਸ ਤਰ੍ਹਾਂ, ਕਿਹੜੀ ਮੌਤ ਮਰਨਾ ਤੇ ਕਿਹੜਾ ਜੀਵਨ ਜਿਉਣਾ। ਮੈਂ ਸਾਰੇ ਧਰਮਾਂ ਗ੍ਰੰਥਾਂ ਦਾ ਸਤਿਕਾਰ ਕਰਦਾ, ਸਾਰੇ ਆਪਣੀ ਜਗ੍ਹਾ ਪੂਜਨੀਕ ਨੇ। ਜਦੋਂ ਬਾਕੀ ਦੇ ਧਰਮ ਗ੍ਰੰਥਾਂ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ ਤਾਂ ਮੌਤ ਦੇ ਬਾਬਤ ਕਿਸੇ ਨੇ ਵੀ ਖੁੱਲ੍ਹ ਕੇ ਵਿਚਾਰ ਨਹੀਂ ਪੇਸ਼ ਕੀਤੇ। ਇੱਥੋਂ ਤੱਕ ਜਿੰਨੇ ਵੀ ਰਾਈਟਰ ਹੋਏ ਨੇ, ਫਿਲਾਸਫਰ ਹੋਏ ਨੇ, ਉਹਨਾਂ ਦੇ ਮੁਤਾਬਿਕ ਮੌਤ ਇੱਕ ਪਹੇਲੀ ਆ, ਇੱਕ ਬੁਝਾਰਤ ਹੈ ਜਿਹੜੀ ਕਦੇ ਬੁੱਝੀ ਨਹੀਂ ਜਾ ਸਕਦੀ। ਪਰ ਮੇਰੇ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਅਸੀਂ ਬਾਣੀ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ, ਸਮਝਣ ਦਾ ਯਤਨ ਕਰਦੇ ਹਾਂ, ਤਾਂ ਸਾਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਜਨਮ ਅਤੇ ਮੌਤ ਦੇ ਬਾਬਤ ਸਮਝਾ ਦਿੱਤਾ। ਕਿਉਂਕਿ ਅੱਜ ਖਾਲਸੇ ਦਾ ਪ੍ਰਗਟ ਦਿਹਾੜਾ ਹੈ, ਅਸੀਂ ਉਸ ਵਿਸ਼ੇ ਨੂੰ ਲੈ ਕੇ ਚੱਲਦੇ ਹਾਂ। ਯਤਨ ਕਰਾਂਗੇ ਕਿ ਲੜੀਵਾਰ ਸ਼ੁਰੂਆਤ ਤੋਂ ਮੁੱਢ ਤੋਂ ਉਸ ਵਿਚਾਰ ਤੱਕ ਪਹੁੰਚ ਸਕੀਏ, ਉਸ ਵਿਸ਼ੇ ਤੱਕ ਪਹੁੰਚ ਸਕੀਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਅੰਦਰ ਅੰਕਿਤ ਕਰ ਦਿੱਤਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਿਲੀ। ਦੁਨਿਆਵੀ ਪੱਧਰ ਦੇ ਉੱਤੇ ਜੇਕਰ ਕੋਈ ਮਨੁੱਖ ਜਨਮ ਲੈਂਦਾ ਹੈ ਤਾਂ ਉਹ ਮਨੁੱਖ ਜਨਮ ਲੈਣ ਤੋਂ ਬਾਅਦ ਕਿਸੇ ਪੀਰ ਨੂੰ, ਕਿਸੇ ਮੁਰੀਦ ਨੂੰ ਆਪਣਾ ਮੁਰਸ਼ਿਦ ਧਾਰਨ ਕਰਦਾ। ਪਰ ਮੇਰੇ ਸਾਹਿਬ ਨੇ ਆਖ ਦਿੱਤਾ ਕਿ ਜੇਕਰ ਸਿੱਖ ਦੇ ਘਰ ਜਨਮ ਲਿਆ, ਜਨਮ ਲੈਣ ਤੋਂ ਬਾਅਦ ਪਹਿਲਾਂ ਇਹ ਨਿਸ਼ਚਾ ਕਰ ਲਈ ਵੀ ਤੈਨੂੰ ਮਰਨਾ ਪਵੇਗਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਿਲਿਓ। ਜੇਕਰ ਇਸ ਰਾਹ ਦੇ ਉੱਤੇ ਚੱਲਣਾ ਤਾਂ ਤੈਨੂੰ ਪਹਿਲਾਂ ਮਰਨ ਕਬੂਲ ਕਰਨਾ ਪਵੇਗਾ। ਜੇਕਰ ਜੀਵਨ ਜਿਉਣਾ, ਤੈਨੂੰ ਇੱਕ ਪਾਸੇ ਤੋਂ ਮਰਨਾ ਕਬੂਲ ਕਰਨਾ ਪਵੇਗਾ। ਕਿਹੜਾ ਮਰਨਾ? ਵਿਕਾਰਾਂ ਵੱਲੋਂ। ਤੇਰੇ ਅੰਦਰੋਂ ਔਗੁਣਾਂ ਦੀ ਮੌਤ ਹੋਣੀ ਚਾਹੀਦੀ, ਤੇਰੇ ਅੰਦਰ ਗੁਣ ਪੈਦਾ ਹੋਣੇ ਚਾਹੀਦੇ ਨੇ, ਤਾਂ ਇਸ ਸਿੱਖੀ ਦੇ ਰਾਹ ਦੇ ਉੱਤੇ, ਤਾਂ ਇਸ ਸਿੱਖੀ ਦੇ ਸਿਧਾਂਤ ਦੇ ਉੱਤੇ ਅਸੀਂ ਚੱਲ ਸਕਦੇ ਹਾਂ। ਵਿਸਾਖ ਦੇ ਅੰਦਰ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਸਾਡੇ ਸਾਹਮਣੇ ਦੋ ਪੱਖ ਸਾਂਝੇ ਕੀਤੇ ਨੇ। ਇੱਕ ਮਾਝ ਰਾਗ ਦੇ ਅੰਦਰ 12 ਮਾਹ ਦੇ ਰੂਪ ਦੇ ਵਿੱਚ ਤੇ ਦੂਜਾ ਤੁਖਾਰੀ ਰਾਗ ਦੇ ਅੰਦਰ। ਮਾਝ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਮਝਾਉਣਾ ਕਰਦੇ ਨੇ, ਵੈਸਾਖ ਧੀਰਨ ਕਿਉਂ ਵਾਢੀਆਂ, ਜਿਨ੍ਹਾਂ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਤੋਂ। ਤੇ ਤੁਖਾਰੀ ਰਾਗ ਦੇ ਅੰਦਰ ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਹਨ, ਵਿਸਾਖ ਭਲਾ ਸਾਖਾ ਵੇਸ ਕਰ। ਇੱਕ ਪਾਸੇ ਕਹਿ ਰਹੇ ਨੇ ਕਿ ਵਿਸਾਖ ਦੇ ਵਿੱਚ ਉਹ ਜੀਵ ਇਸਤਰੀਆਂ ਕਦੇ ਵੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦੀਆਂ ਜਿਹੜੀਆਂ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਕੇ, ਭਾਵ ਇੱਕ ਅਕਾਲ ਪੁਰਖ ਦੀ ਆਰਾਧਨਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਛੱਡ ਕੇ, ਉਸ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ ਛੱਡ ਕੇ ਲੱਗੀ ਮਾਇਆ ਤੋਂ, ਭਾਵ ਮਾਇਆ ਦੇ ਮਗਰ ਹੀ ਆਪਣਾ ਜੀਵਨ ਖਰਾਬ ਕਰ ਰਹੇ ਨੇ। ਇੱਕ ਪੱਖ ਇਹ ਰੱਖ ਦਿੱਤਾ ਤੇ ਦੂਜੇ ਪਾਸੇ ਤੁਖਾਰੀ ਰਾਗ ਦੇ ਅੰਦਰ ਗੁਰੂ ਸਾਹਿਬ ਜੀ ਨੇ ਸਮਝਾ ਦਿੱਤਾ ਕਿ ਵਿਸਾਖ ਦਾ ਮਹੀਨਾ ਤੇਰੇ ਲਈ ਭਲਾ ਵੀ ਹੋ ਸਕਦਾ ਜੇਕਰ ਜਿੱਥੇ ਤੂੰ ਆਪਣੇ ਸਰੀਰ ਨੂੰ ਸ਼ਿੰਗਾਰਦਾ, ਸਰੀਰ ਦੇ ਉੱਤੇ ਸੋਹਣੇ ਕੱਪੜੇ ਪਹਿਨਦਾ, ਉੱਥੇ ਆਪਣੇ ਮਨ ਦਾ ਸ਼ਿੰਗਾਰ ਕਰ ਤੇ ਤੇਰੇ ਹਿਰਦੇ ਦੇ ਵਿੱਚ ਉਹ ਗੁਰੂ ਪ੍ਰਗਟ ਹੋ ਜਾਵੇਗਾ, ਤਾਂ ਤੇਰੇ ਲਈ ਇਹ ਵਿਸਾਖ ਦਾ ਮਹੀਨਾ ਸੁਹਾਵਣਾ ਵੀ ਹੋਵੇਗਾ ਤੇ ਤੇਰੇ ਲਈ ਇਹ ਭਲਾ ਵੀ ਹੋਵੇਗਾ। ਹੁਣ ਇੱਕ ਗੱਲ ਹੋਰ ਸਮਝਣ ਦਾ ਯਤਨ ਕਰੀਏ ਸੌਖੇ ਸ਼ਬਦਾਂ ਦੇ ਵਿੱਚ। ਜੇਕਰ ਅਸੀਂ ਖੰਡੇ ਬਾਟੇ ਦੀ ਪਹੁਲ ਲੈ ਲਈ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਤਾਂ ਸਾਡੇ ਲਈ ਵਿਸਾਖ ਭਲਾ ਹੈ। ਜੇਕਰ ਅਸੀਂ ਖੰਡੇ ਬਾਟੇ ਦੀ ਪਹੁਲ ਨਹੀਂ ਧਾਰਨ ਕੀਤੀ ਤਾਂ ਸਾਡੇ ਲਈ ਇਹ ਵਿਸਾਖ ਮਾਇਆ ਤੋਂ, ਭਾਵ ਅਸੀਂ ਇਸ ਗੁਰੂ ਦੀ ਵਿਚਾਰ ਨੂੰ ਛੱਡ ਕੇ ਦੂਜੇ ਕੰਮ ਜਿੰਨੇ ਮਰਜ਼ੀ ਕਰ ਲਈਏ, ਫਿਰ ਸਾਨੂੰ ਇਸ ਮਹੀਨੇ ਦੇ ਵਿੱਚ ਵੀ ਆਨੰਦ ਨਹੀਂ ਆ ਸਕਦਾ। ਹੁਣ ਇਤਿਹਾਸਕ ਪੱਖ ਵੱਲ ਅਸੀਂ ਝਾਤੀ ਮਾਰੀਏ।
ਆਮ ਤੌਰ ਦੇ ਉੱਤੇ ਸਾਡੇ ਸਾਹਮਣੇ ਜਾਂ ਸਾਨੂੰ ਇੰਨੀ ਕੁ ਸਮਝ ਹੈ ਕਿ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਸੀ, ਖਾਲਸਾ ਪੰਥ ਪ੍ਰਗਟ ਹੋਇਆ ਸੀ। ਪਰ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਉਹਨਾਂ ਤੋਂ ਪਹਿਲਾਂ ਦਾ ਸਮਾਂ ਗੁਰੂ ਕਾਲ, ਤਾਂ ਉਸ ਤੋਂ ਬਾਅਦ ਦਾ ਜਿਹੜਾ ਸ਼ਹੀਦੀਆਂ ਦਾ ਕਾਲ ਜਾਂ ਸਿੱਖ ਕਾਲ ਕਹਿ ਲਈਏ, ਬਹੁਤ ਇਤਿਹਾਸਕ ਘਟਨਾਵਾਂ ਵਾਪਰੀਆਂ ਗੁਰੂ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਅਦ ਉਸ ਸਮੇਂ ਦੇ ਵਿੱਚ। ਪਰ ਮੈਂ ਲੜੀ ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭ ਕਰਨੀ ਚਾਹਾਂਗਾ। ਭਾਈ ਮਿਹਰਬਾਨ ਵਾਲੀ ਜਨਮ ਸਾਖੀ, ਬਲੈਤ ਵਾਲੀ ਜਨਮ ਸਾਖੀ, ਇਤ ਆਦਿਕ ਇਹ ਜਿਹੜੀਆਂ ਪੁਰਾਤਨ ਸਾਡੇ ਗ੍ਰੰਥ ਨੇ, ਬੰਸਾਵਲੀ ਨਾਮਾ, ਇਤ ਆਦਿਕ ਹੋਰ ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਇਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪ੍ਰਗਟ ਦਿਹਾੜਾ ਹੈ ਉਹ ਵਿਸਾਖ ਦਾ ਮੰਨਿਆ ਜਾਂਦਾ। ਮਨਾਈਏ ਚਾਹੀਏ ਅਸੀਂ ਕੱਤਕ ਚ, ਪਰ ਇਤਿਹਾਸਕ ਜਿਹੜੇ ਗ੍ਰੰਥ ਨੇ ਉਹ ਇਸ ਗੱਲ ਦੀ ਗਵਾਹੀ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਵਿਸਾਖ ਦੇ ਮਹੀਨੇ ਹੋਇਆ। ਹੋ ਸਕਦਾ ਮੇਰੇ ਇਸ ਵਿਚਾਰ ਨਾਲ ਸਾਰੇ ਸਹਿਮਤ ਨਾ ਹੋਵੋ, ਪਰ ਪੁਰਾਤਨ ਜਿਹੜੇ ਗ੍ਰੰਥ ਨੇ ਉਹ ਸਰੋਤਾਂ ਦੇ ਵਿੱਚ ਇਹ ਹਵਾਲੇ ਮਿਲਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ ਤਾਂ ਭਾਈ ਗੁਰਦਾਸ ਜੀ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਉਹਨਾਂ ਪੰਕਤੀਆਂ ਨੂੰ ਅੰਕਿਤ ਕੀਤਾ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਮਾਫ ਕਰਨਾ, ਇੱਥੇ ਭਾਈ ਗੁਰਦਾਸ ਜੀ ਨੇ ਪ੍ਰਗਟ ਸ਼ਬਦ ਵਰਤਿਆ, ਜਨਮ ਸ਼ਬਦ ਨਹੀਂ ਵਰਤਿਆ। ਜੇ ਜਨਮ ਸ਼ਬਦ ਵਰਤ ਵੀ ਲੈਂਦੇ ਤਾਂ ਜਿਹੜੀ ਕਾਵ ਚਾਲ ਹੈ, ਜਿਹੜੀ ਕਵਿਤਾ ਦੀ ਰਚਨਾ, ਉਸ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਸੀ। ਪਰ ਪ੍ਰਗਟ ਸ਼ਬਦ ਕਿਉਂ ਵਰਤਿਆ? ਕਿਉਂਕਿ ਪ੍ਰਗਟ ਚੀਜ਼ ਉਹ ਹੁੰਦੀ ਹੈ ਜਿਹੜੀ ਪਹਿਲਾਂ ਹੀ ਕੁਦਰਤ ਦੇ ਵਿੱਚ, ਸੰਸਾਰ ਦੇ ਵਿੱਚ ਮੌਜੂਦ ਹੋਵੇ। ਭੱਟ ਸਾਹਿਬਾਨ ਦੀ ਬਾਣੀ ਪੜ੍ਹੀਏ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਆ, ਕਿ ਉਹ ਅਕਾਲ, ਉਹ ਪਰਮਾਤਮਾ ਆਪ ਜੋਤ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਰਾਹੀਂ ਸੰਸਾਰ ਦੇ ਵਿੱਚ ਪ੍ਰਗਟ ਹੋਇਆ। ਕਿਸ ਦੇ ਲਈ? ਜਿਹੜੀ ਇੱਥੇ ਧੁੰਦ ਸੀਗੀ। ਇੱਕ ਅਸੀਂ ਪ੍ਰਗਟ ਦੇ ਸੰਬੰਧ ਦੇ ਵਿੱਚ ਸਮਝਿਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਨਹੀਂ, ਉਹ ਪ੍ਰਗਟ ਹੋਏ ਨੇ। ਜੋਤ ਪ੍ਰਗਟ ਹੁੰਦੀ ਹੈ, ਜੋਤ ਦਾ ਜਨਮ ਨਹੀਂ ਹੁੰਦਾ। ਦੂਜੀ ਗੱਲ ਆ ਗਈ ਧੁੰਦ ਦੀ, ਮਿੱਟੀ ਧੁੰਦ ਜਗ ਚਾਨਣ ਹੋਇਆ। ਆਮ ਤੌਰ ਦੇ ਉੱਤੇ ਜਦੋਂ ਅਸੀਂ ਰਾਤ ਦੇ ਸਮੇਂ ਦੇਖਦੇ ਹਾਂ, ਹਨੇਰਾ ਹੋ ਜਾਵੇ, ਕਿਸੇ ਕਮਰੇ ਦੇ ਵਿੱਚ ਹਨੇਰਾ ਹੋ ਜਾਵੇ, ਤਾਂ ਅਸੀਂ ਚਾਨਣ ਦੇ ਲਈ ਕੋਈ ਮੋਮਬੱਤੀ ਬਾਲ ਲਵਾਂਗੇ, ਦੀਵਾ ਬਾਲ ਲਵਾਂਗੇ, ਜਾਂ ਅੱਜ ਦੇ ਸਮੇਂ ਦੇ ਵਿੱਚ ਕਹਿ ਲਈਏ ਇੱਕ ਬੱਲਬ ਜਗਾ ਲਵਾਂਗੇ, ਤਾਂ ਉਹ ਕਮਰੇ ਦਾ ਜਿਹੜਾ ਹਨੇਰਾ ਹੈ ਉਹ ਦੂਰ ਹੋ ਜਾਵੇਗਾ। ਪਰ ਧਿਆਨ ਰੱਖਣਾ, ਸਰਦੀ ਦੇ ਦਿਨਾਂ ਦੇ ਵਿੱਚ ਜਦੋਂ ਧੁੰਦ ਆਉਂਦੀ, ਇਸ ਸੰਸਾਰ ਦਾ, ਇਸ ਕਾਇਨਾਤ ਦਾ ਸਭ ਤੋਂ ਵੱਡਾ ਦੀਵਾ ਸੂਰਜ ਮੰਨਿਆ ਜਾਂਦਾ। ਪਰ ਉਹ ਧੁੰਦ ਦਾ ਪ੍ਰਕੋਪ ਇਹੋ ਜਿਹਾ ਹੁੰਦਾ ਕਿ ਉਹ ਧੁੰਦ ਸੂਰਜ ਨੂੰ ਢੱਕ ਲੈਂਦੀ। ਸੂਰਜ ਨਿਕਲਦਾ ਹੈ ਪਰ ਧੁੰਦ ਉਸ ਨੂੰ ਦਿਸਣ ਨਹੀਂ ਦਿੰਦੀ, ਕਿਉਂਕਿ ਇੰਨੀ ਗੂੜੀ ਧੁੰਦ ਹੁੰਦੀ ਕਿ ਸੂਰਜ ਦੀਆਂ ਕਿਰਨਾਂ ਧਰਤੀ ਤੱਕ ਨਹੀਂ ਪਹੁੰਚ ਸਕਦੀਆਂ। ਜਦੋਂ ਸਮਾਜ ਦੇ ਵਿੱਚ ਝੂਠ ਦੀ ਧੁੰਦ ਪਈ ਹੋਵੇ, ਭੈੜੇ ਕੰਮਾਂ ਦੀ ਧੁੰਦ ਪਈ ਹੋਵੇ, ਜਿਨ੍ਹਾਂ ਨੇ ਸਮਾਜ ਦੀ ਅਗਵਾਈ ਕਰਨੀ ਸੀ, ਸਮਾਜ ਨੂੰ ਸਿੱਧੇ ਰਾਹ ਦੇ ਉੱਤੇ ਤੋਰਨਾ ਸੀ, ਉਹਨਾਂ ਦੇ ਮਨਾਂ ਦੇ ਵਿੱਚ ਖੋਟ ਦੀ ਧੁੰਦ ਪਈ ਹੋਵੇ, ਤਾਂ ਉਸ ਧੁੰਦ ਨੂੰ ਦੂਰ ਕਰਨ ਲਈ ਫਿਰ ਆਪ ਹੀ ਅਕਾਲ ਪੁਰਖ ਨੂੰ ਜੋਤ ਰੂਪ ਦੇ ਵਿੱਚ ਪ੍ਰਗਟ ਹੋਣਾ ਪਵੇਗਾ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਅਵਤਾਰ ਧਾਰਿਆ, ਪ੍ਰਗਟ ਹੋਏ, ਤਾਂ ਇਹ ਜਿਹੜਾ ਝੂਠ ਦਾ ਪਸਾਰਾ ਸੀ, ਇਹ ਜਿਹੜੀ ਵਿਕਾਰਾਂ ਦੀ ਜਿਹੜੀ ਧੁੰਦ ਪਈ ਸੀ, ਇਹ ਸਾਰੀ ਦੀ ਸਾਰੀ ਖਤਮ ਹੋ ਗਈ। ਗਿਆਨ ਰੂਪੀ ਚਾਨਣ ਨੇ, ਗਿਆਨ ਰੂਪੀ ਸੂਰਜ ਨੇ ਇਸ ਧੁੰਦ ਨੂੰ ਖਤਮ ਕਰ ਦਿੱਤਾ। ਅੱਗੇ ਆਈਏ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ। ਵਿਸਾਖ ਦੇ ਮਹੀਨੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਤੇ ਵਿਸਾਖ ਦੇ ਮਹੀਨੇ ਗੁਰੂ ਅੰਗਦ ਸਾਹਿਬ ਜੀ ਜੋਤੀ ਜੋਤ ਸਮਾ ਜਾਂਦੇ। ਤੇ ਅੱਜ ਦੇ ਦਿਨ ਅਸੀਂ ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਦਿਹਾੜਾ ਵੀ ਮਨਾ ਰਹੇ ਹਾਂ। ਗੁਰੂ ਅੰਗਦ ਸਾਹਿਬ ਜੀ ਜੋਤੀ ਜੋਤ ਸਮਾਏ ਨੇ,
ਤੇ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਮਿਲ ਗਈ। ਮੈਂ ਇੱਕ ਗੱਲ ਛੱਡ ਗਿਆ, ਮੈਂ ਵਿੱਚ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦਾ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਆਪਾਂ ਜਪਜੀ ਸਾਹਿਬ ਦੀ ਬਾਣੀ ਦੇ ਅੰਦਰ ਪੜ੍ਹਦੇ ਹਾਂ, ਧੌਲ ਧਰਮ ਦਇਆ ਕਾ ਪੂਤ। ਤਿਆਰੀ ਜਿਹੜੀ ਹੈ ਖਾਲਸਾ ਪੰਥ ਸਾਜਣ ਦੀ, ਉਹ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਸ਼ੁਰੂ ਹੋ ਗਈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਿਹੜੇ ਨਿਰਮਲ ਪੰਥ ਦੀ ਅਸੀਂ ਜਾਂ ਤੀਸਰ ਪੰਥ ਦੀ ਗੱਲ ਕਰਦੇ ਹਾਂ, ਉਹ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਆਰੰਭਤਾ ਹੋ ਗਈ। ਧੌਲ ਧਰਮ ਦਇਆ ਕਾ ਪੂਤ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹੀ ਇੱਕ ਸਾਖੀ ਆਉਂਦੀ, ਕੋਈ ਸ਼ਰਧਾਵਾਨ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਲਈ ਆਪਣੇ ਹੱਥੀਂ ਤਿਆਰ ਕੀਤਾ ਇੱਕ ਹਰੇ ਰੰਗ ਦਾ ਸੋਹਣਾ ਗਲੀਚਾ ਲੈ ਕੇ ਆਇਆ ਕਿ ਮੈਂ ਆਪਣੇ ਮੁਰਸ਼ਿਦ ਨੂੰ ਭੇਟ ਕਰਨਾ। ਗੁਰੂ ਸਾਹਿਬ ਜੀ ਦੇ ਸਾਹਮਣੇ ਵਿਛਾ ਦਿੱਤਾ। ਇਤਿਹਾਸਕਾਰ ਲਿਖਦੇ ਨੇ ਕਿ ਉਹ ਗਲੀਚਾ ਇੰਨਾ ਸੋਹਣਾ ਸੀ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਕੁਦਰਤ ਨੇ ਆਪ ਮੁਹਾਰੇ ਹੀ ਇਹ ਕਲਾ ਵਰਤਾਈ ਹੈ। ਕਿਸੇ ਸੋਹਣੇ ਤਰ੍ਹਾਂ ਦਾ ਘਾਹ ਜਿਹੜਾ ਹੈ ਕੁਦਰਤ ਨੇ ਆਪ ਹੀ ਲਗਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਦੇ ਬਿਰਾਜਮਾਨ ਹੋਣ ਦੇ ਲਈ। ਪਰ ਜਿਹੜਾ ਉਹ ਸੇਵਕ ਗੁਰੂ ਸਾਹਿਬ ਜੀ ਦੇ ਲਈ ਉਹ ਗਲੀਚਾ ਲੈ ਕੇ ਆਇਆ, ਗੁਰੂ ਨਾਨਕ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ। ਜਰਾ ਸੋਚੋ, ਜੇ ਗੁਰੂ ਸਾਡੀ ਭੇਟਾਂ ਨੂੰ ਠੁਕਰਾ ਦੇਵੇ, ਨਕਾਰ ਦੇਵੇ, ਤਾਂ ਸਾਡੇ ਮਨ ਨੂੰ ਠੇਸ ਪਹੁੰਚੇਗੀ ਨਾ ਵੀ ਅਸੀਂ ਸ਼ਰਧਾ ਦੇ ਨਾਲ ਲੈ ਕੇ ਆਏ ਆ, ਪਰ ਗੁਰੂ ਨੇ ਸਵੀਕਾਰ ਨਹੀਂ ਕੀਤੀ। ਉਸ ਸਿੱਖ ਦੀਆਂ ਅੱਖਾਂ ਦੇ ਵਿੱਚ ਹੰਝੂ ਆਉਣ ਲੱਗ ਪਏ। ਕਹਿੰਦਾ ਸਤਿਗੁਰੂ ਜੀ ਦੋਵੇਂ ਹੱਥ ਜੋੜੇ ਕਿ ਮੇਰੇ ਕੋਲ ਕਿਹੜੀ ਭੁੱਲ ਹੋ ਗਈ, ਕਿਹੜੀ ਗਲਤੀ ਹੋ ਗਈ ਕਿ ਮੇਰੀ ਭੇਟ ਨੂੰ ਤੁਸੀਂ ਸਵੀਕਾਰ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜਾ ਝਾਤ ਮਾਰ ਤੇਰੇ ਘਰ ਦੇ ਸਾਹਮਣੇ ਦੋ ਕਤੂਰੇ ਠੰਡ ਦੇ ਵਿੱਚ ਠੰਡ ਦੇ ਨਾਲ ਕੰਬ ਰਹੇ ਨੇ, ਪਰ ਉਹਨਾਂ ਦੇ ਕੋਲ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਵੀ ਉਹਨਾਂ ਦੀ ਠੰਡਕ ਦੂਰ ਹੋ ਸਕੇ, ਉਹਨਾਂ ਨੂੰ ਗਰਮਾਇਸ਼ ਮਿਲ ਸਕੇ। ਚੰਗਾ ਹੁੰਦਾ ਜਿਹੜਾ ਇਹ ਗਲੀਚਾ ਤੂੰ ਮੈਨੂੰ ਭੇਟ ਕੀਤਾ ਤੇ ਉਹਨਾਂ ਜੀਵਨ ਦੇ ਉੱਤੇ ਪਾ ਦਿੰਦਾ, ਤਾਂ ਮੈਂ ਇਸ ਦੇ ਵਿੱਚ ਜ਼ਿਆਦਾ ਖੁਸ਼ ਹੁੰਦਾ। ਦੇਖੋ ਦਇਆ ਦੀ ਮੂਰਤ, ਧੌਲ ਧਰਮ ਦਇਆ ਕਾ ਪੂਤ। ਦਇਆ ਦੀ ਜੜ ਗੁਰੂ ਨਾਨਕ ਸਾਹਿਬ ਜੀ ਨੇ ਆਪ ਬੀਜ ਦਿੱਤੀ। ਕਿੰਨੇ ਦਇਆਵਾਨ ਹੋਣਗੇ ਕਿ ਇੱਕ ਨਿੱਕੇ ਨਿੱਕੇ ਜੀਵ ਦੀ ਵੀ ਸਾਰ ਜਾਣਦੇ ਨੇ ਵੀ ਜਿਹੜਾ ਤੂੰ ਗਲੀਚਾ ਮੇਰੇ ਲਈ ਲੈ ਕੇ ਆਇਆ, ਇਹ ਗਲੀਚਾ ਜੇਕਰ ਉਹਨਾਂ ਕਤੂਰਿਆਂ ਦੇ ਉੱਤੇ ਪਾ ਦਿੱਤਾ, ਉਹਨਾਂ ਬੱਚਿਆਂ ਦੇ ਉੱਤੇ ਪਾ ਦਿੰਦਾ, ਤਾਂ ਉਹਨਾਂ ਨੂੰ ਵੀ ਨਿੱਘ ਮਿਲ ਜਾਂਦਾ, ਉਹ ਵੀ ਠੰਡ ਤੋਂ ਬਚ ਜਾਂਦੇ ਤੇ ਮੈਂ ਵੀ ਇਸ ਦੇ ਵਿੱਚ ਖੁਸ਼ ਹੋ ਜਾਣਾ ਸੀ। ਅੱਗੇ ਆਈਏ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ। ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਵੀ ਪ੍ਰਚਾਰ ਫੇਰੀਆਂ ਇਸ ਕਰਕੇ ਆਰੰਭ ਕੀਤੀਆਂ ਸੀ ਕਿ ਸਮਾਜ ਦੇ ਵਿੱਚੋਂ ਜਾਤ ਪਾਤ ਦਾ ਜਿਹੜਾ ਵਿਤਕਰਾ ਹੈ ਖਤਮ ਕੀਤਾ ਜਾਵੇ। ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਇਹੋ ਜਿਹੇ ਹਾਲਾਤ ਸਨ, ਜੇਕਰ ਕੋਈ ਨੀਵੀਂ ਜਾਤ ਵਾਲਾ ਕਿਸੇ ਉੱਚੀ ਜਾਤ ਵਾਲੇ ਦੇ ਖੂਹ ਦੇ ਉੱਤੋਂ ਪਾਣੀ ਵੀ ਭਰ ਲੈਂਦਾ ਸੀ ਤਾਂ ਇਹ ਸਮਝਿਆ ਜਾਂਦਾ ਸੀ ਕਿ ਇਹ ਜਿਹੜਾ ਖੂਹ ਹੈ ਇਹ ਪਿੱਟਿਆ ਗਿਆ, ਇਹ ਨਸ਼ਟ ਹੋ ਗਿਆ। ਜੇਕਰ ਕਿਸੇ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਕਿਸੇ ਉੱਚੀ ਜਾਤ ਵਾਲੇ ਦੇ ਉੱਪਰ ਵੀ ਪੈ ਜਾਂਦਾ ਸੀ ਤਾਂ ਵੀ ਉਹ ਮਾੜਾ ਸਮਝਿਆ ਜਾਂਦਾ ਸੀ। ਕਿਹੋ ਜਿਹੇ ਹਾਲਾਤ ਹੋਣਗੇ। ਗੁਰੂ ਸਾਹਿਬ ਜੀ ਨੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ, ਸਿਧਾਂਤ ਬਖਸ਼ਿਆ ਕਿ ਅਸੀਂ ਇੱਕੋ ਪੰਗਤ ਤੇ ਬੈਠ ਕੇ ਪ੍ਰਸ਼ਾਦਾ ਛਕ ਸਕਦੇ। ਇੱਥੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ। ਦਇਆ ਦੀ ਜੜ ਗੁਰੂ ਨਾਨਕ ਸਾਹਿਬ ਜੀ ਨੇ ਲਗਾ ਦਿੱਤੀ। ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਦੀ ਧਰਤੀ ਦੇ ਉੱਤੇ ਬੌਲੀ ਸਾਹਿਬ ਦਾ ਨਿਰਮਾਣ ਕਰਵਾਇਆ। ਅੱਜ ਦੇ ਬੱਚਿਆਂ ਨੂੰ ਖੈਰ ਹੋ ਸਕਦਾ ਬਹੁਤੇ ਮਾਂ-ਬਾਪ ਨੂੰ ਵੀ ਇਸ ਗੱਲ ਦਾ ਪਤਾ ਨਾ ਹੋਵੇ ਕਿ ਜਦੋਂ ਅਸੀਂ ਬੌਲੀ ਦੀ ਖੁਦਵਾਈ ਕਰਦੇ ਹਾਂ ਤਾਂ ਬੌਲੀ ਦੀ ਖੁਦਵਾਈ ਦੇ ਵੇਲੇ ਇੱਕ ਪਰਤ ਇਹੋ ਜਿਹੀ ਆਉਂਦੀ, ਜਦੋਂ ਉਸ ਪਰਤ ਦੇ ਟੱਕ ਲਗਾਇਆ ਜਾਂਦਾ ਤਾਂ ਉਸ ਦੇ ਵਿੱਚੋਂ ਪਾਣੀ ਨਿਕਲ ਆਉਂਦਾ। ਉਸ ਨੂੰ ਕਹਿੰਦੇ ਨੇ ਕਿ ਕੜ ਭੰਨਿਆ। ਧਿਆਨ ਰੱਖਣਾ, ਉਹ ਕੜ ਵੀ ਵਿਸਾਖ ਦੇ ਵੀ ਨਹੀਂ ਭੰਨਿਆ ਗਿਆ। ਦਇਆ ਦੀ ਜੜ ਗੁਰੂ ਨਾਨਕ ਸਾਹਿਬ ਜੀ ਨੇ ਲਾ ਦਿੱਤੀ, ਧਰਮ ਦੀ ਜੜ ਗੁਰੂ ਅਮਰਦਾਸ ਸਾਹਿਬ ਜੀ ਨੇ ਲਾ ਦਿੱਤੀ ਕਿ ਇਸ ਬੌਲੀ ਦੇ ਉੱਤੋਂ ਬਿਨਾਂ ਜਾਤ ਪਾਤ ਦੇ ਵਿਤਕਰੇ ਤੋਂ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਨੀਵੇਂ ਘਰਾਣੇ ਵਾਲਾ, ਚਾਹੇ ਕੋਈ ਉੱਚੇ ਘਰਾਣੇ ਵਾਲਾ ਹੈ, ਉਹ ਸਾਰੇ ਹੀ ਇਸ ਬੌਲੀ ਦੇ ਉੱਤੇ ਆ ਕੇ ਇਸ਼ਨਾਨ ਪਾਣੀ ਕਰ ਸਕਦੇ ਨੇ ਤੇ ਇੱਥੋਂ ਜਲ ਵਰਤ ਸਕਦੇ ਨੇ। ਦਇਆ ਦੀ ਜੜ ਵੀ ਲੱਗ ਗਈ, ਧਰਮ ਦੀ ਜੜ ਵੀ ਲੱਗ ਗਈ। ਅੱਗੇ ਆਈਏ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਬਾਰੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ
ਆਪ ਜੀ ਸਭ ਜਾਣਦੇ ਹੋ ਕਿ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਰਾਮਦਾਸ ਸਰੋਵਰ ਦੀ ਖੁਦਵਾਈ ਕਰਵਾਈ। ਉਹ ਕਾਰਜ ਵੀ ਇਸੇ ਕਰਕੇ ਕਰਵਾਇਆ ਗਿਆ ਸੀ ਕਿ ਜਿੱਥੇ ਕਿਤੇ ਵੀ ਜਾਤ ਪਾਤ ਦੇ ਜਿਹੜੇ ਅਭਿਮਾਨੀ ਨੇ, ਜਿਹੜੇ ਹੰਕਾਰ ਕਰਦੇ ਨੇ ਜਾਤ ਪਾਤ ਦਾ ਵੀ ਅਸੀਂ ਉੱਚੀ ਜਾਤ ਵਾਲੇ ਆ, ਸਾਡੇ ਵਰਗਾ ਕੋਈ ਨਹੀਂ, ਉਸ ਜਾਤ ਪਾਤ ਦੇ ਸਿਧਾਂਤ ਦੇ ਉੱਤੇ ਸੱਟ ਮਾਰਨ ਦੇ ਲਈ ਇਹਨਾਂ ਸਰੋਵਰਾਂ ਦਾ ਨਿਰਮਾਣ ਕਰਵਾਇਆ ਗਿਆ ਸੀ ਕਿ ਇੱਥੇ ਅਸੀਂ ਬਿਨਾਂ ਵਿਤਕਰੇ ਤੋਂ ਇੱਥੋਂ ਜਲ ਦੀ ਵਰਤੋਂ ਕਰ ਸਕਦੇ ਹਾਂ, ਇਸ਼ਨਾਨ ਪਾਣੀ ਕਰ ਸਕਦੇ ਹਾਂ। ਇਹ ਵਿਤਕਰੇ ਖਤਮ ਕੀਤੇ ਗਏ। ਉਸ ਤੋਂ ਬਾਅਦ ਆ ਜਾਈਏ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ, ਪੰਚਮ ਪਾਤਸ਼ਾਹ ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਿਰਤਾਜ ਵੀ ਕਹਿ ਦਿੰਦੇ ਹਾਂ। ਪਰ ਯਾਦ ਰੱਖਣਾ, ਗੁਰੂ ਅਰਜਨ ਸਾਹਿਬ ਜੀ ਤੋਂ ਪਹਿਲਾਂ ਬਾਕੀ ਦੇ ਜੇਕਰ ਅਸੀਂ ਧਰਮਾਂ ਦੀ ਗੱਲ ਕਰੀਏ, ਬਹੁਤ ਸ਼ਹੀਦ ਹੋਏ ਨੇ। ਮਨਸੂਰ ਸ਼ਹੀਦ ਹੋਇਆ, ਅਨੇਕਾਂ ਸ਼ਹੀਦ ਹੋਏ ਨੇ, ਪਰ ਅੱਜ ਤੱਕ ਕਦੇ ਕਿਸੇ ਨੇ ਉਹਨਾਂ ਸ਼ਹੀਦਾਂ ਨੂੰ ਸ਼ਹੀਦਾਂ ਦੇ ਸਿਰਤਾਜ ਨਹੀਂ ਕਿਹਾ। ਸ਼ਹੀਦਾਂ ਦੇ ਸਿਰਤਾਜ ਦਾ ਜਿਹੜਾ ਦਰਜਾ ਹੈ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਹੀ ਪ੍ਰਾਪਤ ਹੋਇਆ। ਕਿਉਂ? ਕਿਉਂਕਿ ਜਿਹੜੇ ਬਾਕੀ ਸ਼ਹੀਦ ਹੋਏ ਨੇ, ਬਾਕੀ ਧਰਮਾਂ ਦੇ ਜਿਹੜੇ ਸ਼ਹੀਦ ਹੋਏ ਨੇ, ਜਦੋਂ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਜਦੋਂ ਉਹਨਾਂ ਨੂੰ ਸ਼ਹੀਦ ਕਰਨਾ, ਉਹਨਾਂ ਦਾ ਕਤਲ ਕਰਨਾ, ਉਹਨਾਂ ਦੇ ਸਾਹਮਣੇ ਕੋਈ ਵੀ ਇਹੋ ਜਿਹੀ ਚੁਣੌਤੀ ਨਹੀਂ ਵੀ ਤੁਸੀਂ ਇਹ ਗੱਲ ਮੰਨ ਲਓ ਤੁਹਾਨੂੰ ਜੀਵਨ ਦਾ ਦਾਨ ਦੇ ਦਿੱਤਾ ਜਾਵੇਗਾ। ਉਹਨਾਂ ਨੂੰ ਬਸ ਸਜ਼ਾ ਸੁਣਾ ਦਿੱਤੀ ਵੀ ਤੁਹਾਨੂੰ ਮੌਤ ਦਾ ਫਤਵਾ ਜਾਰੀ ਕਰ ਦਿੱਤਾ, ਤੁਹਾਨੂੰ ਸਜ਼ਾਏ ਮੌਤ ਮਿਲੇਗੀ। ਪਰ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੇ ਬਾਬਤ ਅਸੀਂ ਜਦੋਂ ਝਾਤ ਮਾਰਦੇ ਹਾਂ, ਜਦੋਂ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਜਾਣਾ, ਉਸ ਤੋਂ ਪਹਿਲਾਂ ਉਹਨਾਂ ਦੇ ਕੋਲ ਇੱਕ ਰਾਹ ਮਿਲਿਆ, ਰਾਹ ਦਿੱਤਾ ਸਮੇਂ ਦੀ ਹਕੂਮਤ ਨੇ, ਇਸਲਾਮ ਕਬੂਲ ਕਰ ਲਓ, ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਸਾਡਾ ਧਰਮ ਕਬੂਲ ਕਰ ਲਓ, ਤੁਹਾਨੂੰ ਹਰੇਕ ਤਰ੍ਹਾਂ ਦਾ ਐਸ਼ੋ ਆਰਾਮ ਦਾ ਜੀਵਨ ਬਤੀਤ ਕਰਨ ਨੂੰ ਮਿਲੇਗਾ। ਪਰ ਗੁਰੂ ਅਰਜਨ ਸਾਹਿਬ ਜੀ ਨੇ ਆਖਿਆ ਨਹੀਂ, ਜੇਕਰ ਮੈਂ ਇਸਲਾਮ ਧਰਮ ਨੂੰ ਕਬੂਲ ਕਰਦਾ ਤਾਂ ਮੇਰੇ ਧਰਮ ਦੀਆਂ ਜਿਹੜੀਆਂ ਜੜ੍ਹਾਂ ਨੇ ਡੋਲ ਜਾਣਗੀਆਂ। ਗੁਰੂ ਸਾਹਿਬ ਜੀ ਦੇ ਕੋਲ ਮੌਕਾ ਹੈ ਕਿ ਮੈਂ ਜੇਕਰ ਇਸਲਾਮ ਨੂੰ ਕਬੂਲ ਕਰ ਲਵਾਂ ਤਾਂ ਜਿਹੜਾ ਮੇਰੀ ਜਾਨ ਬਖਸ਼ੀ ਜਾਣੀ। ਪਰ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ, ਇਹ ਜਿਹੜਾ ਮਾਰਗ ਹੈ ਇਹ ਸੱਚ ਦੇ ਪਹਿਰਾ ਦੇਣ ਵਾਲਾ ਹੈ। ਦਇਆ ਦੀ ਜੜ ਗੁਰੂ ਨਾਨਕ ਸਾਹਿਬ ਜੀ ਨੇ ਲਗਾ ਦਿੱਤੀ, ਧਰਮ ਦੀ ਜੜ ਗੁਰੂ ਅਮਰਦਾਸ ਸਾਹਿਬ ਜੀ ਨੇ ਲਗਾ ਦਿੱਤੀ, ਤੇ ਵਿਰੋਧੀ ਧਿਰ ਦੇ ਨਾਲ ਕਿਸ ਤਰ੍ਹਾਂ ਮੱਥਾ ਲਗਾਉਣਾ, ਕਿਸ ਤਰ੍ਹਾਂ ਉਸ ਦੀਆਂ ਦਿੱਤੀਆਂ ਹੋਈਆਂ ਔਫਰਾਂ ਨੂੰ, ਦਿੱਤੀਆਂ ਹੋਈਆਂ ਸਹੂਲਤਾਂ ਨੂੰ ਨਕਾਰਦਿਆਂ ਹੋਇਆ ਵੀ ਸ਼ਹਾਦਤ ਦਾ ਜਾਮ ਪੀਣਾ, ਗੁਰੂ ਸਾਹਿਬ ਜੀ ਨੇ ਹਿੰਮਤ ਦੀ ਜੜ ਵੀ ਲਗਾ ਦਿੱਤੀ। ਤੱਤੀ ਤਵੀ ਦੇ ਉੱਤੇ ਬੈਠ ਕੇ ਵੀ ਉਸ ਕਰਤਾਰ ਦੇ ਭਾਣੇ ਨੂੰ ਮਿੱਠਾ ਮੰਨਿਆ। ਅੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵੱਲ ਝਾਤ ਮਾਰੀਏ। ਸਾਡੀ ਪਹਿਲੀ ਜੰਗ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ, ਉਹ ਵੀ ਵਿਸਾਖ ਦੇ ਮਹੀਨੇ 2 ਵਿਸਾਖ ਨੂੰ ਹੋਈ। ਇੱਕ ਵਿਸਾਖ ਵਾਲੇ ਦਿਨ ਗੁਰੂ ਸਾਹਿਬ ਜੀ ਤੇ ਸਿੱਖ ਆਮ ਤੌਰ ਤੇ ਸ਼ਿਕਾਰ ਦੇ ਉੱਤੇ ਜਾਂਦੇ ਸੀ। ਅਸੀਂ ਰਾਤ ਦੇ ਦੀਵਾਨਾਂ ਦੇ ਵਿੱਚ ਇਤਿਹਾਸ ਦੇ ਅੰਦਰ ਸਰਵਣ ਕੀਤਾ, ਸ਼ਿਕਾਰ ਦੇ ਉੱਤੇ ਜਾ ਰਹੇ ਨੇ ਵਿਰੋਧੀ ਧਿਰ ਜਹਾਂਗੀਰ। ਉਸ ਦੇ ਪੈਰੋਕਾਰਾਂ ਨੇ, ਉਸ ਦੇ ਸੇਵਕਾਂ ਨੇ ਬਾਜ ਛੱਡਿਆ। ਉਹ ਬਾਜ ਤੋਂ ਕੀ ਕਰਾਉਂਦੇ ਸਨ ਕਿ ਜਿਹੜੇ ਪੰਛੀ ਸਨ ਉਹਨਾਂ ਦਾ ਸ਼ਿਕਾਰ ਕਰਾ ਲੈਂਦੇ ਤੇ ਉਸ ਪੰਛੀ ਨੂੰ ਬਾਅਦ ਦੇ ਵਿੱਚ ਆਪਣੀ ਖੁਰਾਕ ਬਣਾ ਕੇ ਖਾ ਲੈਂਦੇ। ਸਿੱਖਾਂ ਨੇ ਉਹ ਬਾਜ ਨੂੰ ਕਾਬੂ ਕਰ ਲਿਆ। ਜਦੋਂ ਬਾਜ ਨੂੰ ਕਾਬੂ ਕੀਤਾ, ਗੁਰੂ ਸਾਹਿਬ ਜੀ ਦੇ ਕੋਲ ਆਏ। ਜਿਹੜੇ ਤਾਂ ਸਾਡੇ ਵਰਗੇ ਸਿੱਖ ਸਨ, ਸਵਾਲ ਵੀ ਕੀਤੇ ਕਿ ਗੁਰੂ ਸਾਹਿਬ ਜੀ ਕਿਉਂ ਬਾਜ ਨੂੰ ਫੜਿਆ, ਕਿਉਂ ਇੱਕ ਪੰਛੀ ਦੇ ਲਈ ਜੰਗ ਲੜਨੀ। ਬਥੇਰਿਆਂ ਨੇ ਸਵਾਲ ਕੀਤੇ, ਪਰ ਗੁਰੂ ਸਾਹਿਬ ਜੀ ਕਹਿੰਦੇ ਇਹ ਬਾਜ ਖੋਣ ਦੀ ਗੱਲ ਨਹੀਂ, ਇਹ ਮੁਗਲਾਂ ਦੇ ਕੋਲੋਂ ਤਾਜ ਲੈਣ ਦੀ ਗੱਲ ਹੈ। ਕਿਸੇ ਨੇ ਉਸ ਵੇਲੇ ਸੋਚਿਆ ਵੀ ਨਹੀਂ ਹੋਵੇਗਾ ਜਿਹੜੀ 1634 ਈਸਵੀ ਦੇ ਵਿੱਚ ਬਾਜ ਦੀ ਖਾਤਰ ਜੰਗ ਹੋਈ ਹੋਵੇ, ਉਹ 1712 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਸਿੱਖਾਂ ਨੂੰ ਰਾਜ ਭਾਗ ਵੀ ਦਵਾ ਦੇਵੇ। ਕਿਸੇ ਨੇ ਨਹੀਂ ਸੋਚਿਆ ਹੋਣਾ। ਗੱਲ ਇੱਕ ਬਾਜ ਦੀ ਨਹੀਂ ਸੀ, ਗੱਲ ਆਜ਼ਾਦੀ ਦੀ ਸੀ, ਗੱਲ ਗੁਲਾਮੀ ਦੀਆਂ ਜੜ੍ਹਾਂ ਨੂੰ ਤੋੜਨ ਦੀ ਸੀ, ਸਿੱਖਾਂ ਦੇ ਵਿੱਚ ਹਿੰਮਤ ਭਰਨ ਦੀ ਸੀ।
ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਦੇ ਇਲਾਕੇ ਦੇ ਵਿੱਚ ਪ੍ਰਚਾਰ ਦੇ ਲਈ ਗਏ। ਉੱਥੇ ਹੀ ਜਿਸ ਥਾਂ ਦੇ ਉੱਤੇ ਪੜਾਅ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਗਾਇਆ, ਉਸ ਦੇ ਨਜ਼ਦੀਕ ਹੀ ਜਹਾਂਗੀਰ ਨੇ, ਜੋ ਆਪਣੀ ਪਤਨੀ ਦੇ ਨਾਲ ਸੈਰ ਕਰਨ ਦੇ ਲਈ ਗਿਆ, ਦੂਜੇ ਪਾਸੇ ਪੜਾਅ ਜਹਾਂਗੀਰ ਦਾ ਲੱਗਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਅਸੀਂ ਪੜ੍ਹਦੇ ਹਾਂ ਕਿ ਢਾਡੀ ਲੱਥਾ ਤੇ ਅਬਦੁੱਲਾ ਨੇ ਬਾਰ ਪੜੀ ਸੀ, ਪੱਗ ਤੇਰੀ ਕੀ ਜਹਾਂਗੀਰ ਦੀ। ਕਿ ਜਹਾਂਗੀਰ ਦੀ ਪੱਗ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੱਗ ਦੇ ਕੱਪੜੇ ਦਾ ਫਰਕ ਹੈ? ਕਿ ਜਹਾਂਗੀਰ ਦੀ ਪੱਗ ਦੇ ਵਿੱਚ ਹੀਰੇ ਜਵਾਹਰਤ ਜੜੇ ਨੇ? ਨਹੀਂ, ਇਹ ਪੱਗ ਦੀ ਗੱਲ ਨਹੀਂ, ਇਹ ਪੱਗ ਦੇ ਮਗਰ ਜਿਹੜਾ ਕਿਰਦਾਰ ਬੋਲਦਾ ਉਸ ਦੀ ਗੱਲ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੱਗ ਦੇ ਮਗਰ ਜਿਹੜਾ ਕਿਰਦਾਰ ਹੈ, ਗੁਰੂ ਨਾਨਕ ਸਾਹਿਬ ਜੀ ਤੋਂ ਗੱਲ ਕੀਤੀ, ਦਇਆ, ਧਰਮ, ਹਿੰਮਤ, ਇਹ ਕਿਰਦਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਸਤਾਰ ਦੇ ਮਗਰ ਝਲਕਦਾ, ਤੇ ਦੂਜੇ ਪਾਸੇ ਜਹਾਂਗੀਰ ਦੀ ਪੱਗ ਦੇ ਮਗਰ ਵਿਸਾਖਤ ਝਲਕਦਾ, ਕਿਰਦਾਰ ਤੋਂ ਹੀ ਨਾ। ਇਸ ਤਰ੍ਹਾਂ ਇੱਕ ਵਾਰੀ ਜਹਾਂਗੀਰ ਦੇ ਦੋਸਤ ਨੇ ਉਸ ਨੂੰ ਖਾਣੇ ਦੇ ਉੱਤੇ ਸੱਦਿਆ। ਉਹ ਗਿਆ, ਉਸ ਦੇ ਨਾਲੋਂ ਅਹੁਦੇ ਤੋਂ ਥੱਲੇ ਸੀ, ਕਿਉਂਕਿ ਜਹਾਂਗੀਰ ਸਮੇਂ ਦਾ ਬਾਦਸ਼ਾਹ। ਸਮਾਂ ਬੀਤਦਾ ਗਿਆ, ਗੱਲਾਂ ਬਾਤਾਂ ਹੋਈਆਂ, ਰਾਤ ਦਾ ਸਮਾਂ ਹੋਇਆ। ਉਸ ਦੇ ਜਿਹੜੇ ਦੋਸਤ ਦੀ ਪਤਨੀ ਸੀ, ਉਸਨੇ ਰਾਤ ਦੇ ਸਮੇਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਪਰੋਸਿਆ। ਜਹਾਂਗੀਰ ਨੇ ਜਦੋਂ ਉਸ ਦੀ ਪਤਨੀ ਵੱਲ ਤੱਕਿਆ ਤਾਂ ਮਨ ਦੇ ਵਿੱਚ ਕਾਮ ਵਾਸਨਾ ਪੈਦਾ ਹੋ ਗਈ, ਲਾਲਚ ਪੈਦਾ ਹੋ ਗਿਆ, ਗੁੱਸਾ ਵੀ ਆਇਆ, ਕ੍ਰੋਧ ਵੀ ਆਇਆ ਕਿ ਮੈਂ ਮੌਕੇ ਦਾ ਬਾਦਸ਼ਾਹ, ਇਹ ਮੇਰੇ ਤੋਂ ਥੱਲੇ ਹੋਵੇ ਤੇ ਇੰਨੀ ਸੁੰਦਰ ਇਸਤਰੀ ਇਸ ਨੂੰ ਪਤਨੀ ਦੇ ਰੂਪ ਦੇ ਵਿੱਚ ਮਿਲ ਗਈ। ਯਾਦ ਰੱਖਣਾ, ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖਿਆ ਮਿਲਦਾ ਕਿ ਜਹਾਂਗੀਰ ਨੇ ਆਪਣੇ ਦੋਸਤ ਨੂੰ ਮਰਵਾ ਦਿੱਤਾ ਉਸ ਇਸਤਰੀ ਦੇ ਨਾਲ ਵਿਆਹ ਕਰਾਉਣ ਦੇ ਲਈ, ਜਿਹਨੂੰ ਬਾਅਦ ਦੇ ਵਿੱਚ ਜਹਾਂਗੀਰ ਦੀ ਪਤਨੀ ਨੂਰ ਜਹਾਂ ਦਾ ਨਾਮ ਵੀ ਉਸ ਦਾ ਰੱਖਿਆ ਗਿਆ। ਨੂਰ ਜਹਾਂ ਨੇ ਜਦੋਂ ਕਸ਼ਮੀਰ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਪਹੁੰਚੇ, ਜਹਾਂਗੀਰ ਵੀ ਪਹੁੰਚਿਆ, ਨੂਰ ਜਹਾਂ ਨੇ ਜਹਾਂਗੀਰ ਨੂੰ ਪੁੱਛਿਆ ਕਿ ਤੁਸੀਂ ਦੁਨੀਆ ਦੇ ਬਾਦਸ਼ਾਹ ਹੋ ਤੇ ਇੱਕ ਪਾਸੇ ਸਿੱਖਾਂ ਦਾ ਗੁਰੂ ਬੈਠਾ, ਤੁਹਾਡੇ ਕੋਲ ਕੋਈ ਤੁਹਾਨੂੰ ਨਮਸਕਾਰ ਕਰਨ ਦੇ ਲਈ ਨਹੀਂ ਆ ਰਿਹਾ, ਪਰ ਸਿੱਖਾਂ ਦੇ ਗੁਰੂ ਦੇ ਅੱਗੇ ਦਿਨ ਰਾਤ ਭੀੜ ਲੱਗੀ ਰਹਿੰਦੀ ਹੈ, ਕੀ ਫਰਕ ਹੈ? ਜਹਾਂਗੀਰ ਨੇ ਆਪ ਹੀ ਵਚਨ ਆਖੇ ਸੀ ਕਿ ਮੈਂ ਦੁਨੀਆ ਦਾ ਬਾਦਸ਼ਾਹ, ਉਹ ਦੀਨ ਦੁਨੀਆ ਦਾ ਬਾਦਸ਼ਾਹ। ਮੈਂ ਦੁਨੀਆ ਦਾ ਬਾਦਸ਼ਾਹ, ਪਰ ਉਹ ਦੀਨ ਤੇ ਦੁਨੀਆ ਦਾ ਬਾਦਸ਼ਾਹ, ਜਿਹਨੂੰ ਕਹਿ ਦਈਏ ਲੋਕ ਪਰਲੋਕ। ਅੱਜ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਸੀਂ ਚੇਤੇ ਕਰਦੇ ਹਾਂ, ਅੱਜ ਵੀ ਉਹਨਾਂ ਦੇ ਜੀਵਨ ਤੋਂ ਅਸੀਂ ਉਹਨਾਂ ਦੇ ਕਿਰਦਾਰ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਦਾ ਯਤਨ ਕਰਦੇ ਹਾਂ। ਜਹਾਂਗੀਰ ਦੀ ਪਤਨੀ ਦੇ ਮਨ ਦੇ ਵਿੱਚ ਖਿਆਲ ਆਇਆ ਕਿਉਂ ਨਾ ਸਿੱਖਾਂ ਦੇ ਉਸ ਗੁਰੂ ਨੂੰ ਮਿਲਿਆ ਜਾਵੇ। ਜਹਾਂਗੀਰ ਦੀ ਪਤਨੀ ਨੇ ਸ਼ਿੰਗਾਰ ਕੀਤਾ। ਇਤਿਹਾਸਕਾਰ ਲਿਖਦੇ ਨੇ ਕਿ ਜਿਹੜਾ ਉਸਨੇ ਜਿਹੜੇ ਵਸਤਰ ਪਹਿਨੇ ਸੀ, ਜਿਹੜਾ ਲਹਿੰਗਾ ਪਹਿਨਿਆ, ਉਹ ਇੰਨਾ ਕੁ ਭਾਰਾ ਸੀ, ਇੰਨੀ ਕਢਾਈ ਕੀਤੀ ਹੋਈ ਸੀ ਕਿ ਉਸ ਨੂੰ ਚੁੱਕਣ ਦੇ ਲਈ ਉਸ ਦੀਆਂ 12 ਜਿਹੜੀਆਂ 22 ਸੇਵਕਾਂ ਸੀ ਨਾ, 22 ਦਾਸੀਆਂ ਸੀ, ਉਹਨਾਂ ਨੇ ਉਸ ਲਹਿੰਗੇ ਨੂੰ ਆਪਣੇ ਹੱਥਾਂ ਦੇ ਨਾਲ ਚੁੱਕਿਆ ਸੀ। ਉਹ ਗਈ, ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਦੇ ਉੱਤੇ ਖਲੋ ਕੇ ਨਮਸਕਾਰ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਉਸ ਸਮੇਂ 27.5 ਸਾਲ ਦੀ ਹੈ ਤੇ ਨੂਰ ਜਹਾਂ ਦੀ ਉਮਰ 29 ਸਾਲ ਦੀ। ਹਮ ਉਮਰ ਨੇ 1.5 ਸਾਲ ਦਾ ਫਰਕ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਚਨ ਕੀ ਵਰਤੇ? ਇਹ ਪੁੱਤਰੀ, ਜਿੰਨਾ ਸ਼ਿੰਗਾਰ ਤੂੰ ਤਨ ਦੇ ਉੱਤੇ ਕੀਤਾ ਹੈ ਨਾ, ਜੇਕਰ ਇੰਨਾ ਸ਼ਿੰਗਾਰ ਆਪਣੇ ਮਨ ਦੇ ਉੱਤੇ ਕਰਦੀ ਤਾਂ ਤੈਨੂੰ ਖੁਦਾ ਮਿਲ ਜਾਂਦਾ। ਹੱਥ ਜੋੜੇ ਗੁਰੂ ਸਾਹਿਬ ਜੀ ਦੇ ਚਰਨੀ ਡਿੱਗ ਪਏ ਕਿ हे ਸਿੱਖਾਂ ਦੇ ਗੁਰੂ, ਕਿ ਮੈਨੂੰ ਦੁਨੀਆ ਮੇਰੀ ਖੂਬਸੂਰਤੀ ਨੂੰ ਸਲਾਉਂਦੀ ਹੈ, ਮੇਰੀ ਖੂਬਸੂਰਤੀ ਦੇ ਚਰਚੇ ਨੇ, ਪਰ ਮੇਰੀ ਖੂਬਸੂਰਤੀ ਦੇਖ ਕੇ ਤੇਰੇ ਮਨ ਦੇ ਵਿੱਚ ਰਤਾ ਵੀ ਲਾਲਚ ਨਹੀਂ ਆਇਆ, ਰਤਾ ਵੀ ਕਾਮ ਵਾਸਨਾ ਨਹੀਂ ਪੈਦਾ ਹੋਈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਚਨ ਕੀਤੇ, ਇਹ ਪੁੱਤਰੀ, ਇਹ ਬੇਟੀ, ਮੈਂ ਹਮੇਸ਼ਾ ਸਿਮਰਨ ਬੰਦਗੀ ਕਰਦਿਆਂ ਮੌਤ ਨੂੰ ਚੇਤੇ ਰੱਖਦਾ, ਕਿਉਂਕਿ ਮੌਤ ਇੱਕ ਅਟਲ ਸਚਾਈ ਹੈ, ਬਾਕੀ ਸਭ ਕੁਝ ਝੂਠ ਹੈ। ਦੇਖੋ, ਇੱਕ ਪਾਸੇ ਜਹਾਂਗੀਰ ਨੇ ਉਸ ਔਰਤ ਦੇ ਲਈ ਆਪਣੇ ਦੋਸਤ ਨੂੰ ਮਾਰ ਦਿੱਤਾ, ਦੂਜੇ ਪਾਸੇ ਉਹ ਆਪ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਚੱਲ ਕੇ ਆਈ, ਪਰ ਗੁਰੂ ਸਾਹਿਬ ਜੀ ਦੇ ਜਿਹੜਾ ਕਿਰਦਾਰ ਸੀ ਉਹ ਝਲਕ ਰਿਹਾ।
बेटी कह के नवाजिया। अज भी ਜਦੋਂ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ ਜਾਂ ਗੁਰਬਾਣੀ ਦੇ ਵਿੱਚ ਵੀ ਯਤਨ ਕਰਦੇ ਹਾਂ ਜਾਂ ਹੋਰ ਇਤਿਹਾਸਕ ਤੱਥ ਪੜ੍ਹਨ ਦਾ ਯਤਨ ਕਰਦੇ ਹਾਂ, ਇਤਿਹਾਸਕ ਸਰੋਤਾਂ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ, ਤਾਂ ਹਰੇਕ ਸਿੱਖ ਨੂੰ ਇਹ ਉਪਦੇਸ਼ ਹੈ ਕਿ ਜਿਹੜੇ ਹਮ ਉਮਰ ਦੀ ਹੈ ਉਹਨੂੰ ਭੈਣ ਜਾਣਨਾ, ਛੋਟੀ ਨੂੰ ਆਪਣੀ ਬੱਚੀ ਜਾਣਨਾ ਤੇ ਆਪਣੀ ਤੋਂ ਵੱਡੀ ਉਮਰ ਦੇ ਨੂੰ ਮਾਂ ਸਮਝ ਕੇ ਉਸ ਦੇ ਨਾਲ ਪੇਸ਼ ਆਉਣਾ। ਇਹ ਕਿਰਦਾਰ ਵੀ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਦੇ ਅੰਦਰ ਭਰ ਦਿੱਤਾ ਕਿ ਮੌਤ ਇੱਕ ਅਟਲ ਸਚਾਈ ਹੈ, बाकी सब कुछ झूठ है। इस करके ये वारा पढ़िया गई पग तेरी की जहांगीर दी, क्योंकि गुरु हरगोबिंद साहब जी के दस्तार के मगर किरदार चल करया पर जहांगीर दी पग के मगर दस्तार ने मगर किरदार नहीं चल करया, वो किरदार तो हीना है। अगे झात मारिए, पहली जंग साडी विसाख के महीने हुई, 2 विसाख। अगे गुरु हरकृष्ण साहब जी के जीवन के बाबत झात मारी। गुरु हरकृष्ण साहब जी ज्योति जोत समाधि ने विसाख के महीने ते गुरता गद्दी 9वें पातशाह गुरु तेग बहादुर जी को मिलती है, वो भी विसाख के महीने मिलती है। तो गुरु तेग बहादुर साहब जी का जोड़ा जन्म वो भी विसाख के महीने का। अज विसाख के महीने की रमत है, इस करके असीं विसाख के महीने को केंद्र पर रख के ही विचार करांगे। गुरु तेग बहादुर जी का जन्म विसाख महीने का है। 4 साल की उम्र हुई, घर दे विच बाबा गुरदित्ता जी के भरा का जिहड़ा आनंद कारज, माता नानकी जी ने सोहने वस्त्र गुरु तेग बहादुर साहब जी को पहनाए। 4 साल की उम्र है, बाहर जदों तैयार हो गए बाहर खेडन चले गए, जाते देखते हैं कि एक बच्चा ठंड के नाल कंब रहा। पूछया, देखो 4 साल की उम्र के किहो जे बचन गुरु साहब जी करते हैं। पूछया कि हे भाई की गल, तू कपड़े नहीं पहने, कंबदा क्यों है? वो बच्चे ने जवाब दिता कि मैं गरीब हाँ, मेरे घर के इन्नी गुंजाइश नहीं कि मैं पैसों के नाल तन ढकन के लिए कपड़ा लै सका। गुरु तेग बहादुर साहब जी ने अपना वो सुंदर लिबास, सुंदर पोशाक उतार के उस बच्चे के उत्ते पा दी। अपनी सुरत में उत्थे लैके जाओ, ब्याह का दिन है, घरे खुशियां का माहौल है, ते पुत्र जी बिना वस्त्रां तो मां ने तैयार करके भेजा। पुत्र जी बिना लिबास तो घर पहुंचे ने, मां का गुस्सा होना तो जायज है ना। आम तौर पर जेकर असीं अपने बच्चे को तैयार कर दईए, बच्चा कपड़े लवेड़ लवे, मां का गुस्सा तां भी हुंदा भी मैं इन्ना टाइम ला के इसनूं तैयार किया ते खेड़ के अपने कपड़े गंदे करके ले आया। गुरु साहब जी आए, माता नानकी जी झिड़क रहे ने, गुरु हरगोबिंद साहब जी नूं ताने दे रहे ने, देखो तुसीं अपने लाड प्यार दे नाल इसनूं बिगाड़िया होया है। ये अज जिहनूं तुसीं कहंदे ने भी ये आग्याकारी है, अज ये अपनी पोशाक ला के दे आया, की जिम्मेवारियां संभालेगा घर दियां? गुरु हरगोबिंद साहब जी मुस्कुरा के पता की वचन कीते माता नानकी जी ने, जेड़ा बच्चा अज किसी की ठंड दूर करने के लिए अपने लिबास का, अपनी पोशाक का बलिदान दे सकता, चेते रखियो किसी के श्वास बचाने की खातर अपने शीस का बलिदान भी दे देगा। 4 साल की उम्र अपना लिबास का बलिदान दिता, ठंड बचाने के लिए किसी को कपड़े दिते, याद रखियो किसी की जान बचाने की खातर, किसी का विश्वास बचाने की खातर ये अपने शीस का बलिदान भी दे देगा। गुरु तेग बहादुर साहब जी 14 साल की उम्र हुई जो माता गुजरी जी के नाल आनंद कारज होया। 14 साल की उम्र के उन्होंने जंग लड़ी, करतारपुर की जंग। फिर माता नानकी जी ने गुरु हरगोबिंद साहब जी को कहा भी पुत्र नूं बुला लवो, हजे थोड़ा समा होया आनंद कारज होए नूं ते उम्र भी छोटी है, जंग भी पहली है, ते मेरे पुत नूं वास्ता है रब दा कि उसनूं वापस बुला लो। गुरु तेग बहादुर जी तक सुनेहा पहुंचा। अगों गुरु तेग बहादुर जी ने जंग लड़ते लड़ते की संदेश भेजा माता जी नूं कि जेड़ा सूरमा हुंदा, जेड़ा योधा आ, वो जां तां जित प्राप्त करके वापस आउंदा जां फिर मर के वापस आउंदा। योधा कदे भी जंग के मैदान के विचों भजदा नहीं।
ਕਦੇ ਵੀ ਇਸ ਤਰ੍ਹਾਂ ਵਾਪਸ ਨਹੀਂ ਆਉਂਦਾ ਪਿੱਠ ਦਿਖਾ ਕੇ। ਜਾਂ ਤਾਂ ਸ਼ਹੀਦ ਹੋ ਕੇ ਵਾਪਸ ਆਵੇਗਾ ਜਾਂ ਜੰਗ ਫਤਿਹ ਕਰਕੇ ਵਾਪਸ ਆਵੇਗਾ। ਜੰਗ ਲੜੀ 14 ਸਾਲ ਦੀ ਉਮਰ ਦੇ ਵਿੱਚ। ਸਮਾਂ ਬੀਤਦਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਦੋਂ ਅਸੀਂ ਸ਼ਹੀਦੀ ਦੀ ਗੱਲ ਕਰਦੇ ਹਾਂ। ਆਪ ਜੀ ਜਾਣਦੇ ਹੋ ਅਨੰਦਪੁਰ ਦੀ ਧਰਤੀ ਦੇ ਉੱਤੇ 9 ਸਾਲ ਦੀ ਉਮਰ ਹੈ ਪੁੱਤਰ ਦੀ, ਬਾਲ ਗੋਬਿੰਦ ਰਾਏ, ਮਾਤਾ ਗੁਜਰੀ ਜੀ ਬੈਠੇ ਨੇ। ਇੱਕ ਥਾਲੀ ਦੇ ਵਿੱਚ ਸੁਗਾਤ ਆਈ। ਸੁਗਾਤ ਦੇ ਰੂਪ ਦੇ ਵਿੱਚ ਕੀ ਆਇਆ? ਕਿਉਂਕਿ ਪੁੱਤਰ ਗੁਰਤਾ ਗੱਦੀ ਤੇ ਬੈਠ ਰਹੇ ਸੀ। ਪਹਿਲਾਂ ਵੀ ਇਹ ਬਚਨ ਸਾਂਝੇ ਕੀਤੇ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ਼ਾਹੀ ਸ਼ਹਿਨਸ਼ਾਹ ਕਹਿੰਦੇ ਆ, ਬਾਦਸ਼ਾਹ ਕਹਿੰਦੇ ਆ। ਕਿ ਬਾਦਸ਼ਾਹ ਦਾ ਬਾਦਸ਼ਾਹ ਕਿਉਂ? ਬਾਦਸ਼ਾਹ ਦੁਨੀਆ ਦੇ ਬਾਦਸ਼ਾਹ ਜਦੋਂ ਗੁਰਤਾ ਗੱਦੀ ਦੇ ਜਾਂ ਗੱਦੀ ਦੇ ਉੱਤੇ ਬੈਠਦੇ ਨੇ, ਚੇਤੇ ਰੱਖਣਾ ਉਹਨਾਂ ਨੂੰ ਸੁਗਾਤਾਂ ਭੇਟ ਕੀਤੀਆਂ ਜਾਂਦੀਆਂ, ਕੀਮਤੀ ਪੋਸ਼ਾਕਾਂ ਭੇਟ ਕੀਤੀਆਂ ਜਾਂਦੀਆਂ, ਸੋਨਾ ਹੀਰਾ ਆਦਿਕ ਗਹਿਣੇ ਭੇਟ ਕੀਤੇ ਜਾਂਦੇ। ਪਰ ਜਦੋਂ ਮੇਰੇ ਪਿਤਾ ਬਾਲ ਗੋਬਿੰਦ ਰਾਏ ਜੀ ਨੇ ਗੁਰਤਾ ਗੱਦੀ ਦੇ ਉੱਤੇ ਬੈਠਣਾ, ਭੇਟਾ ਦੇ ਵਿੱਚ ਕੀ ਮਿਲਿਆ? ਥਾਲ ਦੇ ਵਿੱਚ ਪਿਤਾ ਦਾ ਸੀਸ ਮਿਲਿਆ। ਭੇਟਾ ਦੇ ਵਿੱਚ ਗੁਰਤਾ ਗੱਦੀ ਤੇ ਬੈਠਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਮਿਲਿਆ ਸੁਗਾਤ ਦੇ ਵਿੱਚ। ਇਸ ਕਰਕੇ ਸਾਡਾ ਪਿਤਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ। ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਜੰਗ ਦੇ ਵਿੱਚ ਵੀ ਲੜੇ, ਦਇਆ ਵੀ ਕੀਤੀ, ਕਿਸੇ ਦਾ ਤਨ ਵੀ ਟਕਿਆ। ਅੱਜ ਸ਼ਹੀਦ ਹੋ ਕੇ, ਕੁਰਬਾਨ ਹੋ ਕੇ ਇਹ ਗੱਲ ਵੀ ਸਿਖਾ ਕੇ ਕਿ ਪਰਿਵਾਰ ਦੇ ਨਾਲ ਮੋਹ ਕਿੱਦਾਂ ਘੱਟ ਕਰਨਾ। ਆਪਾਂ ਸ਼ੁਰੂਆਤ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਤੋਂ, ਧੌਲ ਧਰਮ ਦਇਆ ਕਾ ਪੂਤ। ਗੁਰੂ ਨਾਨਕ ਸਾਹਿਬ ਜੀ ਨੇ ਦਇਆ ਪ੍ਰਗਟ ਕਰ ਦਿੱਤੀ। ਫਿਰ ਜਾਤ ਪਾਤ ਦਾ ਖੰਡਨ ਕਰਨ ਦੇ ਲਈ ਧਰਮ ਪ੍ਰਗਟ ਕਰ ਦਿੱਤਾ ਗੁਰੂ ਅਮਰਦਾਸ ਸਾਹਿਬ ਜੀ ਨੇ। ਗੁਰੂ ਅਰਜਨ ਸਾਹਿਬ ਜੀ ਨੇ ਤੱਤੀ ਤਵੀ ਦੇ ਉੱਤੇ ਬੈਠ ਕੇ ਉਸ ਹਕੂਮਤ ਦੇ ਨਾਲ ਮੱਥਾ ਲਾ ਕੇ ਹਿੰਮਤ ਵੀ ਪ੍ਰਗਟ ਕਰ ਦਿੱਤੀ, ਹਿੰਮਤ ਵੀ ਭਰ ਦਿੱਤੀ ਆਪਣੇ ਸਿੱਖਾਂ ਦੇ ਅੰਦਰ। ਸਿੱਖਾਂ ਨੇ ਜੰਗ ਵੀ ਲੜ ਲਈ, ਸਿੱਖਾਂ ਦੇ ਅੰਦਰ ਕਿਰਦਾਰ ਵੀ ਭਰਿਆ ਗਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਵੀ ਦੱਸ ਦਿੱਤਾ ਕਿ ਪਰਿਵਾਰ ਦੇ ਨਾਲ ਮੋਹ ਕਿੱਦਾਂ ਕੰਮ ਕਰਨਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸਨ ਕਿ ਜਿਹੜਾ ਅੱਜ ਕਿਸੇ ਦਾ ਤਨ ਢੱਕਣ ਦੇ ਲਈ ਆਪਣਾ ਲਿਬਾਸ ਦੇ ਸਕਦਾ, ਉਹ ਕਿਸੇ ਦਾ ਵਿਸ਼ਵਾਸ ਬਚਾਉਣ ਦੀ ਖਾਤਰ, ਕਿਸੇ ਦੀ ਜਾਨ ਬਚਾਉਣ ਦੀ ਖਾਤਰ, ਕਿਸੇ ਦਾ ਧਰਮ ਬਚਾਉਣ ਦੀ ਖਾਤਰ ਆਪਣੇ ਸੀਸ ਦਾ ਬਲਿਦਾਨ ਵੀ ਦੇ ਦੇਵੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰਕੇ ਦਿਖਾ ਦਿੱਤਾ। 4 ਚੀਜ਼ਾਂ ਪ੍ਰਗਟ ਹੋ ਗਈਆਂ: ਦਇਆ, ਧਰਮ, ਹਿੰਮਤ, ਮੋਹਕਮ। ਤੇ ਗੱਲ ਆ ਗਈ ਸਾਹਿਬ ਦੀ। ਆਪਾਂ ਬਚਨ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ। ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਦਾ ਚਿਹਰਾ। ਦਇਆ ਵੀ ਪ੍ਰਗਟ ਹੋ ਗਈ, ਧਰਮ ਵੀ ਪ੍ਰਗਟ ਹੋ ਗਿਆ, ਹਿੰਮਤ ਵੀ ਪ੍ਰਗਟ ਹੋ ਗਈ, ਮੋਹਕਮ ਵੀ ਪ੍ਰਗਟ ਹੋ ਗਿਆ। ਤੇ ਸਾਹਿਬ ਨੇ ਫਿਰ ਆਖ ਹੀ ਦਿੱਤਾ ਕਿ ਜਿਹੜਾ ਸਿੱਖ ਰਹਿਣੀ ਦੇ ਵਿੱਚ ਰਹਿੰਦਾ ਹੈ ਉਹ ਮੇਰਾ ਸਾਹਿਬ ਆ, ਉਹ ਮੇਰਾ ਮੁਰਸ਼ਿਦ ਆ ਤੇ ਮੈਂ ਉਸ ਦਾ ਮੁਰੀਦ ਹਾਂ। ਅੱਜ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਵਾਲੇ ਦਿਨ, ਜਦੋਂ ਗੁਰੂ ਸਾਹਿਬ ਜੀ ਨੇ ਸੀਸਾਂ ਦੀ ਮੰਗ ਕੀਤੀ, 5 ਪਿਆਰੇ ਵਾਰੀ ਉੱਠੇ, ਜਿਨ੍ਹਾਂ ਨੂੰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ। ਅੱਜ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ, ਖਾਲਸਾ ਵੀ ਪ੍ਰਗਟ ਹੋਇਆ। ਆਪਾਂ ਪੜ੍ਹਦੇ ਹਾਂ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਪਰਮਾਤਮਾ ਕੀ ਮੌਜ। ਅਸੀਂ ਪਹਿਲਾ ਸ਼ਬਦ ਵਰਤਿਆ ਸੀ ਸਤਿਗੁਰੂ ਨਾਨਕ ਪ੍ਰਗਟਿਆ। ਸ਼ਬਦ ਉੱਥੇ ਵੀ ਪ੍ਰਗਟ ਵਰਤਿਆ, ਸ਼ਬਦ ਇੱਥੇ ਵੀ ਪ੍ਰਗਟ ਵਰਤਿਆ। ਭਾਵ ਕਿ ਕੋਈ ਚੀਜ਼ ਸੰਸਾਰ ਦੇ ਵਿੱਚ ਮੌਜੂਦ ਸੀ, ਮੇਰੇ ਸਾਹਿਬ ਨੇ ਉਸ ਚੀਜ਼ ਨੂੰ ਪ੍ਰਗਟ ਕਰ ਦਿੱਤਾ। ਆਕਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇੱਥੇ ਵੀ ਸ਼ਬਦ ਪ੍ਰਗਟ ਵਰਤਿਆ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਸ਼ਬਦ ਪ੍ਰਗਟ ਵਰਤਿਆ। ਜਿਹੜੀ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਹੈ ਸੀ, ਉਹੀ ਜੋਤ 10 ਜਾਮਿਆਂ ਦੇ ਵਿੱਚ ਹੁੰਦੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਤੇ ਜਿਹੜੀ ਜੋਤ ਹੈ ਉਹ ਗ੍ਰੰਥ ਹੈ, ਤੇ ਜਿਹੜੀ ਜੁਗਤ ਹੈ ਉਹ ਪੰਥ ਹੈ। ਜੋਤ ਤੇ ਜੁਗਤ ਨੂੰ ਅਸੀਂ ਵੱਖ ਨਹੀਂ ਕਰ ਸਕਦੇ। ਜਦੋਂ ਵੱਖ ਕਰਾਂਗੇ ਤਾਂ ਅਸੀਂ ਖੁਦ ਪਾਪਾਂ ਦੇ ਭਾਗੀ ਹੋਵਾਂਗੇ। ਮੈਂ ਆਪ ਜੀ ਦੇ ਸਾਹਮਣੇ ਬਸ ਸਮਾਪਤੀ ਕਰਨ ਲੱਗਾ, ਇੱਕ ਬਚਨ ਕਰਨਾ ਚਾਹੁੰਦਾ। ਅਸੀਂ ਇਤਿਹਾਸ ਸੁਣਿਆ, ਮੈਂ ਆਸ ਕਰਾਂਗਾ ਕਿ ਸੋਚਾਂਗਾ ਕਿ ਇਸ ਇਤਿਹਾਸ ਦੇ ਕੋਲੋਂ ਅਸੀਂ ਕੀ ਸਿੱਖਿਆ ਲਈ। ਗੁਰੂ ਸਾਹਿਬ ਜੀ ਨੇ 5 ਸੀਸ ਮੰਗੇ, ਵਾਰੀ-ਵਾਰੀ ਮੰਗ ਪੂਰੀ ਹੋ ਗਈ।
ਗੁਰੂ ਸਾਹਿਬ ਜੀ ਆਪ ਹੱਥ ਜੋੜ ਕੇ ਉਹਨਾਂ ਦੇ ਅੱਗੇ ਖੜ ਗਏ ਕਿ ਮੈਨੂੰ ਵੀ ਇਸ ਦਾਤ ਦੇ ਨਾਲ ਨਵਾਜੋ। ਤਾਂ ਪੰਜ ਪਿਆਰੇ ਸਹਿਬਾਨਾਂ ਨੇ ਗੁਰੂ ਸਾਹਿਬ ਜੀ ਨੂੰ ਬਚਨ ਕੀਤੇ ਕਿ ਅਸੀਂ ਜਦੋਂ ਇਸ ਕਸਵੱਟੀ ਦੇ ਉੱਤੇ ਪਰਖੇ ਗਏ ਤਾਂ ਸਾਨੂੰ ਸੀਸ ਦੇਣੇ ਪਏ, ਹੁਣ ਤੁਸੀਂ ਦੱਸੋ ਵੀ ਤੁਸੀਂ ਕੀ ਸਾਨੂੰ ਭੇਟ ਕਰਦੇ ਹੋ। ਤਾਂ ਸਾਹਿਬ ਨੇ ਕਰਕੇ ਵੀ ਦਿਖਾ ਦਿੱਤਾ। ਚਮਕੌਰ ਦੀ ਜੰਗ ਹੋ ਰਹੀ ਆ, ਪਹਿਲਾਂ ਅਜੀਤ ਸਿੰਘ ਨੂੰ ਤੋਰਿਆ, ਪੰਜ ਪਿਆਰੇ ਹਜੇ ਨਾਲ ਨੇ। ਪਹਿਲਾ ਵੱਡਾ ਪੁੱਤ ਤੋਰਿਆ, ਵੱਡਾ ਪੁੱਤ ਕੁਰਬਾਨ ਹੋ ਗਿਆ, ਤਾਂ ਅਗਲਾ ਪੁੱਤ ਆਪ ਚੱਲ ਕੇ ਆਇਆ, ਪਿਤਾ ਤੋਂ ਥਾਪੜਾ ਲੈ ਲੈ ਕੇ, ਪਿਤਾ ਜੀ ਮੈਨੂੰ ਵੀ ਜੰਗ ਦੇ ਵਿੱਚ ਤੋਰੋ, ਮੇਰਾ ਭਰਾ ਪਹਿਲਾਂ ਚਲ ਗਿਆ, ਮੈਂ ਕਿਉਂ ਪਿੱਛੇ ਰਹਿ ਗਿਆ। ਜਦੋਂ ਸਮਾਂ ਆਇਆ, ਜਿਹੜੇ ਸਿਰਾਂ ਦੀ ਮੰਗ ਗੁਰੂ ਸਾਹਿਬ ਜੀ ਨੇ ਮੰਗੀ ਸੀ, ਸਿੱਖਾਂ ਨੇ ਪੂਰੀ ਕੀਤੀ, ਉਹ ਅੱਜ ਕਹਦੇ ਕਿ ਮੂਲ ਜਿਹੜਾ ਸੀ ਉਹ ਵਿਆਜ ਸਮੇਤ ਮੋੜਨ ਦਾ ਸਮਾਂ ਆ ਗਿਆ। ਗੁਰੂ ਸਾਹਿਬ ਜੀ ਨੇ ਆਪਣੇ ਪੁੱਤ ਵੀ ਨਹੀਂ ਰੱਖੇ। ਜਦੋਂ ਕੱਚੀ ਗੜੀ ਦੇ ਵਿੱਚੋਂ ਨਿਕਲਦੇ ਨੇ, ਦਇਆ ਤੇ ਧਰਮ ਗੁਰੂ ਸਾਹਿਬ ਜੀ ਦੇ ਨਾਲ। ਇਹ ਜਿਹੜਾ ਕਾਰਜ ਹੈ, ਕੋਈ ਵੀ ਹੈ, ਚਾਹੇ ਅਸੀਂ ਪੰਜ ਕਕਾਰਾਂ ਦੀ ਗੱਲ ਕਰ ਲਈਏ, ਚਾਹੇ ਅਸੀਂ ਪੰਜ ਪਿਆਰੇ ਸਹਿਬਾਨਾਂ ਦੀ ਗੱਲ ਕਰ ਲਈਏ, ਚਾਹੇ ਅਸੀਂ ਖੰਡੇ ਬਾਟੇ ਦੀ ਪੋਲ ਦੀ ਗੱਲ ਕਰ ਲਈਏ, ਇਹ ਇਕੱਲਾ ਕਾਰਜ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ, ਇਹ ਕਾਰਜ ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭਿਆ ਗਿਆ ਸੀ। ਜਦੋਂ ਉਹਨਾਂ ਨੇ ਹੱਥ ਫੜ ਲਿਆ ਪੰਡਤ ਦਾ, ਜਨੇਊ ਪਾਣ ਤੋਂ ਇਨਕਾਰ ਕਰ ਦਿੱਤਾ, ਸਾਡੀ ਜਿਹੜੀ ਵਿਲੱਖਣਤਾ ਸੀ, ਜਿਹੜਾ ਨਿਰਮਲ ਪੰਥ ਸੀ, ਉਦੋਂ ਤੋਂ ਹੀ ਚੱਲ ਪਿਆ ਸੀ। ਉਹਦੀਆਂ ਨੀਹਾਂ, ਉਹਦੀਆਂ ਜੜ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਲਾ ਦਿੱਤੀਆਂ। ਅਸੀਂ ਸਮਝਿਆ ਕਿ ਦਇਆ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕਰ ਦਿੱਤੀ, ਧਰਮ ਵੀ ਪ੍ਰਗਟ ਹੋ ਗਿਆ, ਹਿੰਮਤ ਵੀ ਪ੍ਰਗਟ ਹੋ ਗਈ, ਮੌਕਮ ਵੀ ਪ੍ਰਗਟ ਹੋ ਗਿਆ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਖ ਦਿੱਤਾ ਕਿ ਉਹ ਸਾਹਿਬ ਮੈਂ ਉਸ ਦਾ ਚੇਲਾ। ਤੇ ਇਸ ਤਰ੍ਹਾਂ ਇਹ ਲੜੀਵਾਰ ਇੱਕ ਚੈਨ ਦੇ ਰੂਪ ਦੇ ਵਿੱਚ ਕੰਮ ਹੁੰਦਾ, ਇਹ ਟੀਮ ਵਰਕ ਹੁੰਦਾ। ਉਹ ਸਾਡੀ ਸਮਝ ਹੈ, ਸਾਡੀ ਮੱਤ ਹੈ ਕਿ ਅਸੀਂ ਇਸ ਪੱਖ ਨੂੰ ਕਿਸ ਤਰੀਕੇ ਦੇ ਨਾਲ ਸਮਝਦੇ ਹਾਂ, ਕਿਸ ਤਰੀਕੇ ਦੇ ਨਾਲ ਸਮਝਣ ਦਾ ਯਤਨ ਕਰਦੇ ਹਾਂ। ਅਸੀਂ ਸ਼ੁਰੂਆਤ ਕੀਤੀ ਸੀ, ਵਿਸਾਖ ਧੀਰਣ ਕੇ ਬਾਟੀਆਂ ਜਿਨ੍ਹਾਂ ਪ੍ਰੇਮ ਸੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ, ਕਿ ਵਿਸਾਖ ਦਾ ਮਹੀਨਾ ਉਹਨਾਂ ਦੇ ਲਈ ਮਾੜਾ ਹੈ ਜਿਨ੍ਹਾਂ ਨੇ ਉਸ ਪਿਆਰੇ ਪ੍ਰੀਤਮ ਨੂੰ ਛੱਡ ਕੇ ਕਿਸੇ ਦੂਜੇ ਕਾਰਜ ਵੱਲ ਆਪਣਾ ਜੀਵਨ ਬਤੀਤ ਕਰਤਾ, ਕਿਸੇ ਹੋਰ ਥਾਂ ਦੇ ਉੱਤੇ ਜਾ ਕੇ ਮੱਥੇ ਰਗੜਨੇ ਸ਼ੁਰੂ ਕਰ ਦਿੱਤੇ, ਹੋਰ ਪਖੰਡ ਕਰਨੇ ਸ਼ੁਰੂ ਕਰ ਦਿੱਤੇ। ਤੇ ਫਿਰ ਤੁਖਾਰੀ ਰਾਗ ਦੇ ਵਾਲਾ ਵੀ ਬਚਨ ਅਸੀਂ ਸਮਝਿਆ ਸੀ ਕਿ ਵਿਸਾਖ ਉਸ ਦੇ ਲਈ ਭਲਾ ਹੈ ਜਿਹੜਾ ਉਸ ਇੱਕ ਅਕਾਲ ਪੁਰਖ ਦੀ ਬੰਦਗੀ ਕਰਦਾ, ਉਸ ਦਾ ਆਰਾਧਨ ਕਰਦਾ। ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਵੀ ਜਿਹੜੇ ਗੁਰੂ ਨੇ ਸਾਡੇ ਉੱਤੋਂ ਆਪਣੇ ਪੁੱਤ ਕੁਰਬਾਨ ਕਰ ਦਿੱਤੇ ਸੀ, ਯਾਦ ਰੱਖਣਾ, ਇਹ ਆਪਣੀ ਮਨ ਦੇ ਵਿੱਚ ਇੱਕ ਸਵਾਲ ਲੈ ਕੇ ਆਇਆ ਕਰੋ ਜਦੋਂ ਗੁਰੂ ਘਰ ਆਨੇ ਹੁੰਦੇ ਆ, ਕਿ ਜੇਕਰ ਸਾਡੇ ਬੱਚੇ ਨੇ ਸਾਡੀ ਉਂਗਲੀ ਫੜੀ ਹੈ ਤਾਂ ਮੇਰੇ ਪਿਤਾ ਨੇ ਮੈਨੂੰ ਪੁੱਛਣਾ ਹੈ, ਮੇਰਾ ਫਤਿਹ ਸਿੰਘ ਕਿੱਥੇ ਰਹਿ ਗਿਆ, ਮੇਰਾ ਅਜੀਤ ਸਿੰਘ ਕਿੱਥੇ ਰਹਿ ਗਿਆ। ਮੈਂ ਇਹਨਾਂ ਦੇ ਉੱਤੇ ਵਾਰਿਆ ਸੀ, ਅੱਜ ਮੈਨੂੰ ਇਹਨਾਂ ਦੇ ਵਿੱਚ ਦਿਸ ਨਹੀਂ ਰਿਹਾ। ਇਹ ਕਿਰਦਾਰ ਦੀ ਗੱਲ ਹੈ। ਖੰਡੇ ਬਾਟੇ ਦੀ ਪੋਲ ਲੈ ਲਈ, ਅਸੀਂ ਪੰਜ ਕਕਾਰੀ ਵਰਦੀ ਧਾਰਨ ਕਰ ਲਈ, ਪਰ ਇਹ ਪੰਜ ਕਕਾਰੀ ਵਰਦੀ ਕੱਲੀ ਧਾਰਨ ਕਰਨ ਦੇ ਨਾਲ ਹੀ ਕੰਮ ਖਤਮ ਨਹੀਂ ਹੋ ਜਾਣਾ ਸੀ, ਇਸ ਦੇ ਨਾਲ ਪ੍ਰਵਾਨ ਨਹੀਂ ਹੋ ਸਕਣਾ। ਜਿਹੜੀ ਦਇਆ, ਧਰਮ, ਹਿੰਮਤ, ਦਲੇਰੀ, ਸੱਚ, ਇਮਾਨਦਾਰੀ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੀ, ਸਾਨੂੰ ਉਸ ਰਾਹ ਦੇ ਉੱਤੇ ਚੱਲਣਾ ਪੈਣਾ, ਤਾਂ ਅਸੀਂ ਗੁਰੂ ਦੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ। ਇੰਨੀਆਂ ਕੁ ਬੇਨਤੀਆਂ ਕਰਦਾ, ਦਾਸ ਖਿਮਾ ਦਾ ਜਾਚਕ ਹੈ। ਜੇਕਰ ਕੋਈ ਗੱਲ, ਕੋਈ ਵਿਚਾਰ ਕਿਸੇ ਦੇ ਮਨ ਨੂੰ ਠੇਸ ਪਹੁੰਚਾ ਗਈ ਹੋਵੇ ਤਾਂ ਗੁਰੂ ਘਰ ਦਾ ਦਾਸ ਜਾਣ ਕੇ, ਆਪਣਾ ਛੋਟਾ ਵੀਰ ਸਮਝ ਕੇ, ਆਪਣਾ ਛੋਟਾ ਪੁੱਤ ਸਮਝ ਕੇ ਮਾਫ ਕਰ ਲੈਣਾ। ਗੁਰੂ ਸਾਹਿਬ ਦੇ ਅੱਗੇ ਇੱਕ ਅਰਜ਼ੋਈ ਕਰਨੀ, ਇੱਕ ਬੇਨਤੀ ਕਰਨੀ ਕਿ ਜੋ ਗੁਰੂ ਸਾਹਿਬ ਜੀ ਨੇ ਵਿਚਾਰ ਦਾਸ ਕੋਲੋਂ ਕਰਵਾਈ ਹੈ, ਸਭ ਤੋਂ ਪਹਿਲਾਂ ਉਹ ਮੇਰੇ ਜੀਵਨ ਦਾ ਆਧਾਰ ਬਣ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਭ ਸੰਗਤਾਂ ਨੂੰ ਖਾਲਸਾ ਸਾਜਣਾ ਪੰਥ ਦਿਵਸ ਦੀਆਂ ਬੇਅੰਤ ਮੁਬਾਰਕਾਂ। ਗੁਰੂ ਸਾਹਿਬ ਜੀ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਅੰਤ ਕਿਰਪਾ ਯਾਨੀ